ਵਿਆਹ ਦੀ ਪਹਿਲੀ ਰਾਤ ਮੇਰਾ ਪਤੀ ਗੁੱਸੇ ਨਾਲ ਮੈਨੂੰ ਬੋਲਿਆ, ਜੇਕਰ ਤੂੰ ਪੇਕੇ ਗਈ ਤਾਂ ਮੈਂ ਤੈਨੂੰ ਤਲਾਕ ਦੇ ਦੇਵਾਂਗਾ। ਫਿਰ 3-4 ਸਾਲ ਬਾਅਦ ਪਤੀ ਦੁਬਈ ਵਿੱਚ ਕਮਾਉਣ ਦੇ ਲਈ ਚਲਾ ਗਿਆ। ਮੈਂ ਸੋਚਿਆ ਕਿ ਉਸ ਨੂੰ ਪਤਾ ਨਹੀਂ ਲੱਗਾ ਕਿ ਮੈਂ ਜਲਦੀ ਨਾਲ ਪੇਕੇ ਦਾ ਚੱਕਰ ਲਗਾ ਕੇ ਆ ਜਾਂਦੀ ਹਾਂ, ਕਿਉਂਕਿ ਮਾਂ ਪਿਤਾ ਜੀ ਨਾਲ ਮਿਲਣ ਦਾ ਬਹੁਤ ਦਿਲ ਕਰ ਰਿਹਾ ਸੀ। ਇੱਦਾਂ ਜਿੱਦਾਂ ਹੀ ਮੈਂ ਆਪਣੇ ਪੇਕੇ ਘਰ ਆਈ ਤਾਂ ਮੇਰੀ ਭੈਣ ਮੈਨੂੰ ਅੰਦਰ ਨਹੀਂ ਆਉਣ ਦਿੰਦੀ ਸੀ, ਕਹਿੰਦੀ ਤੇਰੇ ਪਤੀ ਨੂੰ ਪਤਾ ਲੱਗ ਜਾਵੇਗਾ। ਜਦੋਂ ਜ਼ਬਰਦਸਤੀ ਮੈਂ ਘਰ ਦੇ ਅੰਦਰ ਗਈ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ। ਅੰਦਰ ਤਾਂ ਮੇਰਾ ਪਤੀ। ਰਿੰਕੂ ਨੇ ਪਹਿਲੀ ਰਾਤ ਮੂੰਹ ਦਿਖਾਈ ਦੇ ਤੋਹਫੇ ਵਿੱਚ ਮੈਨੂੰ ਇੱਕ ਬਹੁਤ ਵੱਡੀ ਪਾਬੰਦੀ ਦਿੱਤੀ ਸੀ। ਮੇਰਾ ਪਤੀ ਬੋਲਿਆ, ਨੇਹਾ ਅੱਜ ਤੋਂ ਬਾਅਦ ਤੂੰ ਆਪਣੇ ਮਾਂ ਦੇ ਘਰ ਨਹੀਂ ਜਾਵੇਂਗੀ, ਨਹੀਂ ਤਾਂ ਮੈਂ ਤੈਨੂੰ ਤਲਾਕ ਦੇ ਕੇ ਘਰੋਂ ਕੱਢ ਦੇਵਾਂਗਾ। ਮੈਂ ਤਾਂ ਹੱਕੀ ਬੱਕੀ ਹੀ ਰਹਿ ਗਈ। ਮੈਂ ਦੱਬੀ ਜਿਹੀ ਆਵਾਜ਼ ਵਿੱਚ ਸਵਾਲ ਕੀਤਾ ਸੀ। ਮੈਂ ਕਿਹਾ, ਰਿੰਕੂ ਇਹ ਤੁਸੀਂ ਕਿੱਦਾਂ ਦੀ ਗੱਲ ਕਰ ਰਹੇ ਹੋ? ਇੱਕ ਲੜਕੀ ਜਿਸਨੇ ਆਪਣੀ ਜ਼ਿੰਦਗੀ ਦੇ 20-22 ਸਾਲ ਆਪਣੇ ਮਾਪਿਓ ਦੇ ਘਰ ਵਿੱਚ ਗੁਜ਼ਾਰੇ ਹੋਣ, ਉਹ ਇੱਕਦਮ ਨਾਲ ਉਸ ਘਰ ਨਾਲ ਨਾਤਾ ਖਤਮ ਨਹੀਂ ਕਰ ਸਕਦੀ। ਅਤੇ ਕਰਾਂ ਵੀ ਕਿਉਂ? ਰਿੰਕੂ ਬੜੀ ਗੌਰ ਨਾਲ ਮੇਰੀਆਂ ਗੱਲਾਂ ਸੁਣਦੇ ਰਹੇ। ਫਿਰ ਬੋਲੇ, ਨੇਹਾ ਤੂੰ ਆਪਣੇ ਵੱਲੋਂ ਕੋਸ਼ਿਸ਼ ਤਾਂ ਕਰਕੇ ਦੇਖੋ, ਜਦੋਂ ਹਿੰਮਤ ਹਾਰਨ ਲੱਗੋਗੇ ਦੱਸ ਦੇਣਾ। ਮੈਂ ਤੇਰੇ ਹੱਥ ਵਿੱਚ ਤਲਾਕ ਦੇ ਪੇਪਰ ਦੇ ਕੇ ਹਮੇਸ਼ਾ ਲਈ ਤੇਰੇ ਮਾਪਿਓ ਦੇ ਘਰ ਭੇਜ ਦੇਵਾਂਗਾ। ਮੈਂ ਚੁੱਪਚਾਪ ਗੱਲਾਂ ਸੁਣਦੀ ਰਹੀ। ਹੁਣ ਇੱਕ ਦਿਨ ਦੀ ਦੁਲਹਨ ਆਪਣੇ ਪਤੀ ਨਾਲ ਬਹਿਸ ਕਰਦੀ ਚੰਗੀ ਤਾਂ ਨਹੀਂ ਲੱਗਦੀ। ਰਿੰਕੂ ਉੱਠ ਕੇ ਕੱਪੜੇ ਬਦਲ ਕੇ ਦੂਜੇ ਪਾਸੇ ਮੂੰਹ ਕਰਕੇ ਸੌਂ ਗਏ, ਜਦ ਕਿ ਮੈਨੂੰ ਆਪਣੀ ਕਿਸਮਤ 'ਤੇ ਹਾਸਾ ਆਉਣ ਲੱਗ ਪਿਆ। ਮੈਂ ਤਾਂ ਇੱਦਾਂ ਕਦੀ ਵੀ ਨਹੀਂ ਸੁਣਿਆ ਸੀ ਕਿ ਪਤੀ ਇੱਦਾਂ ਦਾ ਵੀ ਸਲੂਕ ਕਰਦਾ ਹੈ। ਮੈਨੂੰ ਤਾਂ ਸੋਚ ਕੇ ਹੀ ਖੌਫ ਆ ਰਿਹਾ ਸੀ ਕਿ ਮੈਂ ਇਸ ਤਰ੍ਹਾਂ ਦੇ ਆਦਮੀ ਨਾਲ ਜ਼ਿੰਦਗੀ ਬਸਰ ਕਿੱਦਾਂ ਕਰਾਂਗੀ। ਮੇਰੇ ਵਿਆਹ ਦੀ ਪਹਿਲੀ ਰਾਤ ਹੀ ਹਿੰਮਤ ਹਾਰਨ ਲੱਗ ਪਈ ਸੀ, ਪਰ ਸਵੇਰੇ ਹੀ ਮੈਂ ਰਿੰਕੂ ਨੂੰ ਬਿਲਕੁਲ ਇੱਕ ਨਵੇਂ ਰੂਪ ਵਿੱਚ ਪਾਇਆ। ਉਹ ਚੰਗੇ ਸੀ, ਖਿਆਲ ਵੀ ਰੱਖਦੇ ਸੀ, ਪਰ ਪਤਾ ਨਹੀਂ ਇਹਨਾਂ ਨੂੰ ਮੇਰੀ ਮਾਂ ਕੋਲੋਂ ਇਸ ਕਦਰ ਨਫ਼ਰਤ ਕਿਉਂ ਸੀ ਕਿ ਉਹ ਮੇਰੀ ਮਾਂ ਦਾ ਨਾਮ ਸੁਣਦੇ ਹੀ ਗੁੱਸੇ ਵਿੱਚ ਆ ਜਾਂਦੇ। ਮੈਂ ਆਪਣੇ ਪੇਕਿਆਂ ਨੂੰ ਯਾਦ ਕਰਕੇ ਲੁਕ ਕੇ ਰੋਂਦੀ ਰਹਿੰਦੀ ਸੀ। ਇੱਕ ਦਿਨ ਇੱਦਾਂ ਹੀ ਰੋ ਰਹੀ ਸੀ ਕਿ ਰਿੰਕੂ ਕੰਮ ਤੋਂ ਵਾਪਸ ਆ ਗਏ ਤੇ ਬੋਲੇ, ਕੀ ਹੋਇਆ ਨੇਹਾ, ਇੱਦਾਂ ਰੋ ਕਿਉਂ ਰਹੀ ਹੋ? ਤਬੀਅਤ ਤਾਂ ਠੀਕ ਹੈ ਨਾ? ਮੈਂ ਕਿਹਾ, ਮੈਨੂੰ ਸ਼ਾਲੂ ਯਾਦ ਆ ਰਹੀ ਹੈ। ਆਪਣੀ ਭੈਣ ਨਾਲ ਮਿਲੇ ਬਹੁਤ ਦਿਨ ਹੋ ਗਏ ਹਨ। ਇੱਕਦਮ ਹੀ ਰਿੰਕੂ ਦੇ ਮੱਥੇ ਤੇ ਬਲ ਪੈ ਗਏ ਸੀ। ਉਹ ਬੋਲੇ, ਨੇਹਾ ਸ਼ਾਲੂ ਦੀ ਯਾਦ ਆ ਰਹੀ ਹੈ ਜਾਂ ਸਾਹਿਲ? ਮੈਂ ਇੱਕਦਮ ਚੌਂਕ ਗਈ ਸੀ ਕਿ ਮੈਂ ਕਿਹਾ, ਤੁਸੀਂ ਮੇਰੇ ਉੱਪਰ ਸ਼ੱਕ ਕਰ ਰਹੇ ਹੋ? ਸਾਹਿਲ ਸਿਰਫ ਸਾਡਾ ਕਿਰਾਏਦਾਰ ਸੀ, ਹੋਰ ਕੁਝ ਨਹੀਂ। ਮੈਂ ਤਾਂ ਕਦੀ ਉਸ ਦੇ ਨਾਲ ਗੱਲ ਤੱਕ ਨਹੀਂ ਕੀਤੀ। ਉਹ ਬੋਲੇ, ਸਿਰਫ ਸਾਹਿਲ ਕਰਕੇ ਹੀ ਮੈਂ ਤੈਨੂੰ ਉੱਥੇ ਨਹੀਂ ਜਾਣ ਦਿੰਦਾ, ਕਿਉਂਕਿ ਉਹ ਇੱਕ ਗੈਰ ਮਰਦ ਹੈ ਜਿਸ ਦੀ ਤੁਹਾਡੇ ਨਾਲ ਕੋਈ ਰਿਸ਼ਤੇਦਾਰੀ ਨਹੀਂ। ਮੈਂ ਰਿੰਕੂ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਸੀ ਕਿ ਉਹ ਕੀ ਸੋਚਦੇ। ਮੈਂ ਚੁੱਪ ਕਰ ਗਈ ਸੀ। ਸਾਹਿਲ ਸਾਡੇ ਘਰ 5 ਸਾਲ ਹੀ ਕਿਰਾਏ 'ਤੇ ਰਹਿਣ ਆਇਆ ਸੀ। ਜਦੋਂ ਪਿਤਾ ਜੀ ਦੀ ਮੌਤ ਹੋ ਗਈ ਸੀ, ਅਸੀਂ 2 ਜਵਾਨ ਭੈਣਾਂ ਸੀ ਤੇ ਮਾਂ ਸੀ, ਕਮਾਉਣ ਵਾਲੀ ਕੋਈ ਵੀ ਨਹੀਂ ਸੀ। ਇਸ ਕਰਕੇ ਮਾਂ ਨੇ ਉੱਪਰ ਵਾਲਾ ਪੋਰਸ਼ਨ ਕਿਰਾਏ 'ਤੇ ਚੜ੍ਹਾ ਦਿੱਤਾ ਸੀ। ਫਿਰ ਮੈਂ ਤੇ ਸ਼ਾਲੂ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਲੱਗ ਪਈਆਂ ਸੀ, ਜਿਸ ਨਾਲ ਘਰ ਦਾ ਖਰਚਾ ਆਸਾਨੀ ਨਾਲ ਨਿਕਲ ਜਾਂਦਾ ਸੀ। ਦਿਲ ਤਾਂ ਚਾਹੁੰਦਾ ਸੀ ਕਿ ਮੈਂ ਰਿੰਕੂ ਨੂੰ ਇਹ ਸਵਾਲ ਪੁੱਛਾਂ ਕਿ ਜਦੋਂ ਵਿਆਹ ਤੋਂ ਪਹਿਲਾਂ ਸਾਹਿਲ ਸਾਡੇ ਘਰ ਰਹਿੰਦਾ ਸੀ ਉਦੋਂ ਤਾਂ ਕੁਝ ਨਹੀਂ ਹੋਇਆ, ਹੁਣ ਵਿਆਹ ਤੋਂ ਬਾਅਦ ਘੜੀ ਤੋਂ ਘੜੀ ਮਿਲਣ ਜਾਵਾਂਗੀ ਤਾਂ ਕੀ ਹੋ ਜਾਵੇਗਾ। ਪਰ ਫਿਰ ਖਿਆਲ ਆਇਆ ਕਿ ਮਾਂ ਨੇ ਵਿਆਹ ਤੋਂ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਤੇਰੇ ਵਿਆਹ ਤੋਂ ਬਾਅਦ ਸਾਹਿਲ ਉੱਪਰ ਵਾਲਾ ਪੋਰਸ਼ਨ ਛੱਡ ਕੇ ਕਿਤੇ ਹੋਰ ਚਲਾ ਜਾਵੇਗਾ, ਕਿਉਂਕਿ ਉਸਨੇ ਆਪਣਾ ਨਵਾਂ ਟਿਕਾਣਾ ਦੇਖ ਲਿਆ ਹੈ। ਮੈਂ ਸੋਚਿਆ, ਸਾਹਿਲ ਤਾਂ ਘਰ ਛੱਡ ਕੇ ਜਾ ਚੁੱਕਿਆ ਹੋਵੇਗਾ। ਜੇਕਰ ਕਿਸੇ ਤਰ੍ਹਾਂ ਇਹ ਗੱਲ ਰਿੰਕੂ ਨੂੰ ਪਤਾ ਲੱਗ ਜਾਵੇ ਤਾਂ ਹੋ ਸਕਦਾ ਹੈ ਉਹ ਮੈਨੂੰ ਘਰ ਜਾਣ ਦੀ ਇਜਾਜ਼ਤ ਦੇ ਦੇਣ, ਪਰ ਘਰ ਦਾ ਹਾਲ ਵਹਾਲ ਮੈਂ ਕਿੱਦਾਂ ਪਤਾ ਕਰਦੀ? ਰਿੰਕੂ ਨੇ ਤਾਂ ਮੇਰੇ ਕੋਲੋਂ ਮੋਬਾਈਲ ਤੱਕ ਲੈ ਰੱਖਿਆ ਸੀ। ਇਹ ਵੀ ਕਹਿ ਦਿੱਤਾ ਸੀ ਕਿ ਨਾ ਤਾਂ ਤੂੰ ਆਪਣੀ ਭੈਣ ਨਾਲ ਹੀ ਰਾਬਤਾ ਕਰਨਾ ਹੈ ਤੇ ਨਾ ਹੀ ਆਪਣੀ ਮਾਂ ਨਾਲ। ਪਰ ਫਿਰ ਵੀ ਮੈਂ ਆਪਣੇ ਆਪ ਨੂੰ ਤਸੱਲੀ ਦੇ ਦਿੱਤੀ ਸੀ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਪੁੱਛ ਹੀ ਲਵਾਂਗੀ। ਮੈਨੂੰ ਮਾਂ ਤੋਂ ਜ਼ਿਆਦਾ ਸ਼ਾਲੂ ਦੀ ਫਿਕਰ ਸੀ। ਉਹ ਬਹੁਤ ਘੱਟ ਹੌਸਲੇ ਵਾਲੀ ਸੀ, ਛੋਟੀਆਂ ਗੱਲਾਂ 'ਤੇ ਰੋ ਪੈਂਦੀ ਸੀ। ਮਾਂ ਤਾਂ ਉੱਦਾਂ ਹੀ ਬਹੁਤ ਸਖਤ ਸੀ। ਜਰਾ ਜਿੰਨਾ ਕੰਮ ਗਲਤ ਹੋ ਜਾਂਦਾ
ਤਾਂ ਉਹ ਇੰਨੇ ਸਖਤ ਸਜ਼ਾ ਦਿੰਦੀ ਕਿ ਕੋਈ ਹੱਦ ਨਹੀਂ ਸੀ। ਮੈਂ ਇਹਨਾਂ ਗੱਲਾਂ ਨੂੰ ਹੀ ਸੋਚ ਰਹੀ ਸੀ ਕਿ ਜਦੋਂ ਸਾਡੇ ਘਰ ਦੀ ਬੈਲ ਵੱਜੀ। ਮੈਂ ਚੌਂਕ ਗਈ ਸੀ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਰੀਨਾ ਖੜੀ ਸੀ। ਰੀਨਾ ਰਿੰਕੂ ਦੀ ਇਕਲੌਤੀ ਭੈਣ ਸੀ। ਮੇਰੇ ਵਿਆਹ ਦੇ 2 ਮਹੀਨੇ ਬਾਅਦ ਪਹਿਲੀ ਵਾਰ ਸਾਡੇ ਘਰ ਆਈ ਸੀ। ਮੈਂ ਉਸ ਦਾ ਬਹੁਤ ਵਧੀਆ ਸਵਾਗਤ ਕੀਤਾ। ਮੈਂ ਉਸਦੇ ਬੈਗ ਨੂੰ ਦੇਖ ਕੇ ਸਮਝ ਗਈ ਸੀ ਕਿ ਉਹ ਸਾਡੇ ਘਰ ਰਹਿਣ ਆਈ ਸੀ। ਮੈਂ ਬਹੁਤ ਖੁਸ਼ ਹੋ ਗਈ ਕਿਉਂਕਿ ਰਿੰਕੂ ਤਾਂ ਅੱਧਾ ਦਿਨ ਆਫਿਸ ਵਿੱਚ ਹੀ ਗੁਜ਼ਾਰ ਦਿੰਦੇ ਸੀ ਤੇ ਅੱਧਾ ਦਿਨ ਆਪਣੇ ਦੋਸਤਾਂ ਦੇ ਨਾਲ। ਉਹਨਾਂ ਦੇ ਕੋਲ ਤਾਂ ਨਾ ਘਰ ਦੇ ਲਈ ਟਾਈਮ ਸੀ ਤੇ ਨਾ ਹੀ ਮੇਰੇ ਵਾਸਤੇ। ਮੈਂ ਸੋਚਿਆ ਚਲੋ ਰੀਨਾ ਦੇ ਨਾਲ ਮੇਰਾ ਦਿਲ ਲੱਗ ਜਾਵੇਗਾ। ਜਦੋਂ ਸ਼ਾਮ ਪਈ ਨੂੰ ਰਿੰਕੂ ਆਫਿਸ ਤੋਂ ਘਰ ਵਾਪਸ ਆਏ ਤਾਂ ਬੋਲੇ, ਨੇਹਾ ਮੈਂ 1 ਹਫ਼ਤੇ ਭਰ ਲਈ ਕੰਮ ਦੇ ਸਿਲਸਿਲੇ ਵਿੱਚ ਸ਼ਹਿਰ ਤੋਂ ਬਾਹਰ ਜਾ ਰਿਹਾ ਹਾਂ। ਇਸ ਕਰਕੇ ਮੈਂ ਰੀਨਾ ਨੂੰ ਤੇਰੇ ਕੋਲ ਛੱਡ ਕੇ ਜਾ ਰਿਹਾ ਹਾਂ। ਤੂੰ ਰੀਨਾ ਦਾ ਬਹੁਤ ਖਿਆਲ ਰੱਖਣਾ ਹੈ ਤੇ ਬਿਨਾਂ ਵਜ੍ਹਾ ਤੋਂ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦੇਣੀ। ਇੱਕ ਸਾਏ ਦੀ ਤਰ੍ਹਾਂ ਮੇਰੀ ਭੈਣ ਦੇ ਨਾਲ ਰਹਿਣਾ ਹੈ। ਰੀਨਾ ਹੱਸਣ ਲੱਗ ਪਈ ਕਿ ਕੀ ਹੋਇਆ ਵੀਰੇ ਤੈਨੂੰ? ਤੁਸੀਂ ਪਹਿਲਾਂ ਤਾਂ ਇਦਾਂ ਦੇ ਨਹੀਂ ਸੀ। ਰਿੰਕੂ ਬੋਲੇ, ਜਿੱਦਾਂ ਮੈਂ ਇਸ ਦੁਨੀਆ ਨੂੰ ਸਮਝਣ ਲੱਗਾ ਹਾਂ ਉਦਾਂ ਹੀ ਮੇਰਾ ਇਤਬਾਰ ਲੋਕਾਂ ਤੋਂ ਉੱਠ ਗਿਆ ਹੈ। ਮੈਨੂੰ ਮਰਦ ਜਾਤ 'ਤੇ ਬਿਲਕੁਲ ਵੀ ਭਰੋਸਾ ਨਹੀਂ ਹੈ। ਮਰਦ ਕਦੀ ਵੀ ਕਿਤੇ ਵੀ ਕੁਝ ਵੀ ਕਰ ਸਕਦੇ ਹਨ। ਰੀਨਾ ਆਪਣੇ ਭਰਾ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਸੀ। ਉਹ ਬੋਲੇ, ਵੀਰੇ ਤੁਸੀਂ ਪਹਿਲਾਂ ਤਾਂ ਇਦਾਂ ਦੀ ਸੋਚ ਨਹੀਂ ਰੱਖਦੇ ਸੀ। ਰਿੰਕੂ ਮੁਸਕਰਾ ਕੇ ਬੋਲਿਆ, ਹੁਣ ਕੀ ਕੀਤਾ ਜਾ ਸਕਦਾ ਹੈ ਮੇਰੀਏ ਭੈਣੇ। ਰਿੰਕੂ ਦਾ ਸਮਾਨ ਪੈਕ ਕਰਨ ਦੇ ਲਈ ਮੈਂ ਕਮਰੇ ਵਿੱਚ ਚੱਲ ਗਈ। ਰਿੰਕੂ ਕਮਰੇ ਵਿੱਚ ਮੇਰੇ ਪਿੱਛੇ ਹੀ ਆ ਗਏ ਸੀ। ਉਹ ਬੋਲੇ, ਨੇਹਾ ਮੈਂ ਜੋ ਅੱਜ ਗੱਲਾਂ ਕਹੀਆਂ ਹਨ ਉਸ 'ਤੇ ਅਮਲ ਕਰਨਾ। ਹਾਸੇ ਮਜ਼ਾਕ ਵਿੱਚ ਨਾ ਉਡਾ ਦੇਣਾ। ਮੈਂ ਵਾਪਸ ਆ ਕੇ ਤੇਰੇ ਕੋਲੋਂ ਇੱਕ ਗੱਲ ਪੁੱਛਾਂਗਾ। ਮੈਂ ਸਿਰ ਹਿਲਾ ਦਿੱਤਾ ਸੀ। ਰਿੰਕੂ ਘਰੋਂ ਚਲੇ ਗਏ ਤਾਂ ਮੇਰਾ ਦਿਲ ਅਜੀਬ ਤਰ੍ਹਾਂ ਦੀ ਪਰੇਸ਼ਾਨੀ ਨਾਲ ਪਰੇਸ਼ਾਨ ਹੋ ਗਿਆ ਸੀ। ਰਿੰਕੂ ਜਿੱਦਾਂ ਦੇ ਵੀ ਸੀ ਆਪਣੇ ਕੰਮ ਨਾਲ ਕੰਮ ਰੱਖਦੇ ਸੀ। ਮੇਰੀਆਂ 10 ਗੱਲਾਂ ਦੇ ਜਵਾਬ ਵਿੱਚ ਇੱਕ ਗੱਲ ਕਹਿ ਦਿੱਤੀ, ਪਰ ਉਹ ਹੈ ਤਾਂ ਮੇਰਾ ਪਤੀ ਹੀ ਸੀ। ਉਹਨਾਂ ਦੀ ਗੈਰ ਮੌਜੂਦਗੀ ਵਿੱਚ ਪਰੇਸ਼ਾਨ ਹੋਣਾ ਜ਼ਾਹਿਰ ਜਿਹੀ ਗੱਲ ਸੀ। ਰੀਨਾ ਨੂੰ ਮੇਰੀ ਪਰੇਸ਼ਾਨੀ ਸਮਝ ਆ ਗਈ ਸੀ। ਉਹ ਬੋਲੀ, ਨੇਹਾ ਅਸੀਂ ਸ਼ਾਲੂ ਨੂੰ ਬੁਲਾ ਲੈਂਦੇ ਹਾਂ, ਖੂਬ ਮਜ਼ੇ ਕਰਾਂਗੇ, ਨਾਲੇ ਤੇਰਾ ਦਿਲ ਵੀ ਲੱਗ ਜਾਵੇਗਾ। ਮੈਂ ਮੂੰਹ ਲਮਕਾਏ ਉਸ ਨੂੰ ਦੱਸਿਆ ਕਿ ਰਿੰਕੂ ਨੇ ਮੈਨੂੰ ਮਨਾ ਕੀਤਾ ਹੈ। ਵਿਆਹ ਤੋਂ ਬਾਅਦ ਨਾ ਤਾਂ ਮੈਂ ਆਪਣੇ ਘਰ ਵਾਲਿਆਂ ਨੂੰ ਕਦੀ ਫੋਨ 'ਤੇ ਗੱਲ ਹੋਈ ਹੈ ਤੇ ਨਾ ਹੀ ਮੈਂ ਕਦੀ ਘਰ ਗਈ ਹਾਂ। ਰੀਨਾ ਹੈਰਾਨ ਹੋ ਗਈ ਤਾਂ ਉਹ ਬੋਲੀ, ਮੈਨੂੰ ਤਾਂ ਸਮਝ ਨਹੀਂ ਆ ਰਿਹਾ ਕਿ ਮੇਰੇ ਭਰਾ ਨੂੰ ਹੋ ਕੀ ਗਿਆ ਹੈ। ਉਹ ਤਾਂ ਕਦੀ ਵੀ ਇਦਾਂ ਦੇ ਨਹੀਂ ਸੀ। ਫਿਰ ਮੇਰੀ ਨਨਾਣ ਰੀਨਾ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਘਰ ਜਾ ਕੇ ਉਹਨਾਂ ਨੂੰ ਮਿਲ ਆਵਾਂ, ਪਰ ਮੈਂ ਝੱਟ ਹੀ ਮਨਾ ਕਰ ਦਿੱਤਾ ਸੀ ਕਿਉਂਕਿ ਮੈਨੂੰ ਰੀਨਾ ਉੱਪਰ ਸ਼ੱਕ ਹੋ ਗਿਆ ਸੀ ਕਿ ਹੋ ਸਕਦਾ ਹੈ ਰਿੰਕੂ ਨੇ ਰੀਨਾ ਨੂੰ ਮੇਰੀ ਜਾਸੂਸੀ ਦੇ ਲਈ ਛੱਡਿਆ ਹੋਵੇ। ਰੀਨਾ ਨੇ ਮੇਰੇ ਸਾਹਮਣੇ ਬਹੁਤ ਸਾਰੀਆਂ ਕਸਮਾਂ ਖਾਧੀਆਂ, ਵਾਅਦੇ ਕੀਤੇ ਕਿ ਇਸ ਗੱਲ ਦੇ ਬਾਰੇ ਕਦੀ ਵੀ ਭਰਾ ਨੂੰ ਨਹੀਂ ਪਤਾ ਲੱਗੇਗਾ, ਪਰ ਮੈਂ ਇਸ ਦੇ ਉੱਪਰ ਯਕੀਨ ਨਹੀਂ ਕਰ ਪਾਈ ਸੀ। ਇਸ ਕਰਕੇ ਇਸ ਦੀ ਪੇਸ਼ਕਸ਼ ਨੂੰ ਠੁਕਰਾਉਂਦੀ ਰਹੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਰਿੰਕੂ ਮੇਰੇ ਨਾਲੋਂ ਨਾਰਾਜ਼ ਹੋ ਕੇ ਮੈਨੂੰ ਘਰੋਂ ਕੱਢ ਦੇਵੇ। ਕਿਉਂਕਿ ਮੈਂ ਫਿਰ ਤੋਂ ਮਾਂ ਦੇ ਰਹਿਮੋ ਕਰਮ 'ਤੇ ਨਹੀਂ ਰਹਿਣਾ ਚਾਹੁੰਦੀ ਸੀ। ਮੇਰੀ ਮਾਂ ਚੰਗੀ ਔਰਤ ਨਹੀਂ ਸੀ, ਇਸ ਕਰਕੇ ਮੈਨੂੰ ਸ਼ਾਲੂ ਦੀ ਫਿਕਰ ਹਰ ਪਲ ਸਤਾਉਂਦੀ ਸੀ, ਪਰ ਫਿਰ ਵੀ ਉਸ ਦੇ ਨਾਲ ਰਾਬਤਾ ਨਹੀਂ ਸੀ ਕਰ ਪਾ ਰਹੀ। ਮੈਂ ਹਰ ਪਲ ਉਸ ਦੇ ਲਈ ਦੁਆ ਕਰਦੀ ਰਹਿੰਦੀ, ਪਰ ਵਕਤ ਨੂੰ ਮੇਰੇ ਉੱਪਰ ਰਹਿਮਤ ਨਹੀਂ ਆਇਆ। 3 ਸਾਲ ਇੱਦਾਂ ਹੀ ਪਲਕਾਂ ਝਪਕਦੇ ਗੁਜ਼ਰ ਗਏ, ਪਰ ਮੈਨੂੰ ਸ਼ਾਲੂ ਦੀ ਕੋਈ ਖਬਰ ਨਹੀਂ ਮਿਲੀ। ਇੱਕ ਹੀ ਸ਼ਹਿਰ ਵਿੱਚ ਰਹਿੰਦੇ ਹੋਏ ਵੀ ਉਹ ਮੈਨੂੰ ਕਦੀ ਰਾਹ ਚੱਲਦੇ ਵੀ ਨਜ਼ਰ ਨਹੀਂ ਆਈ ਸੀ, ਅਤੇ ਦੂਸਰਾ ਇਹ ਕਿ ਹਜੇ ਤੱਕ ਮੇਰੇ ਕੋਈ ਔਲਾਦ ਵੀ ਨਹੀਂ ਹੋਈ ਸੀ। ਮੈਂ ਸਾਰਾ ਦਿਨ ਘਰ ਵਿੱਚ ਬੇਜਾਨ ਜਿਹੀ ਪਈ ਰਹਿੰਦੀ ਸੀ। ਰਿੰਕੂ ਨੇ ਤਾਂ ਮੈਨੂੰ ਕਦੀ ਵਿਆਹ ਦੇ ਸ਼ੁਰੂਆਤੀ ਦਿਨਾਂ ਵਿੱਚ ਵੀ ਟਾਈਮ ਨਹੀਂ ਦਿੱਤਾ ਸੀ ਤੇ ਹੁਣ ਕੀ ਦਿਨਾਂ। ਪਰ ਰੀਨਾ ਮੈਨੂੰ ਹਫ਼ਤੇ ਵਿੱਚ 2 ਵਾਰ ਮਿਲਣ ਆਉਂਦੀ ਸੀ। ਹਰ ਵਾਰ ਉਹ ਮੈਨੂੰ ਉਕਸਾਉਂਦੀ ਸੀ ਕਿ ਮੈਂ ਆਪਣਾ ਖਿਆਲ ਰੱਖਾਂ। ਉਹ ਕਹਿੰਦੀ ਸੀ ਕਿ ਨੇਹਾ ਤੂੰ ਉਦੋਂ ਹੋਸ਼ ਵਿੱਚ ਆਵੇਂਗੀ ਜਦੋਂ ਭਰਾ ਤੇਰੀ ਇਸ ਬੇਰੌਣਕ ਸ਼ਕਲ ਤੋਂ ਤੰਗ ਆ ਕੇ ਕਿਤੇ ਹੋਰ ਦਿਲ ਲਗਾ ਬੈਠੇਗਾ। ਮੈਂ ਹੱਸ ਕੇ ਕਹਿੰਦੀ ਕਿ ਰੀਨਾ ਤੇਰੇ ਭਰਾ ਨੇ ਤਾਂ ਕਦੀ ਗੌਰ ਨਾਲ ਮੇਰੀ ਸ਼ਕਲ ਦੇਖੀ ਹੀ ਨਹੀਂ, ਉਹ ਤਾਂ ਕਦੀ ਮੇਰੇ ਵੱਲ ਧਿਆਨ ਤੱਕ ਨਹੀਂ ਦਿੰਦੇ, ਪਰ ਉਹ ਹਰ ਵਾਰੀ ਇਹ ਕਹਿੰਦੀ ਕਿ ਇਹ ਤਾਂ ਤੇਰਾ ਵਹਿਮ ਹੈ। ਉਹ ਮੈਨੂੰ ਪਾਰਲਰ ਲੈ ਕੇ ਜਾਣ ਲੱਗ ਪਈ ਸੀ। 2 ਵਾਰ ਤਾਂ ਉਹ ਖੁਦ ਮੈਨੂੰ ਪਾਰਲਰ ਲੈ ਕੇ ਗਈ ਸੀ।
ਮੈਂ ਖੁਦ ਵਿੱਚ ਬਿਹਤਰੀ ਮਹਿਸੂਸ ਕਰਨ ਲੱਗ ਪਈ ਸੀ। ਇੱਦਾਂ ਲੱਗਣ ਲੱਗ ਪਿਆ ਸੀ ਜਿੱਦਾਂ ਮੈਂ ਮੁਰਦਾ ਨਹੀਂ ਹਾਂ, ਜਿੰਦੀ ਜਾਗਦੀ ਇਨਸਾਨ ਹਾਂ। ਇਸ ਕਰਕੇ ਤੀਸਰੀ ਵਾਰ ਮੈਂ ਖੁਦ ਹੀ ਪਾਰਲਰ ਚਲੀ ਗਈ ਸੀ। ਪਰ ਮੈਂ ਨਹੀਂ ਜਾਣਦੀ ਸੀ ਕਿ ਮੈਨੂੰ ਅੱਜ ਦੇ ਦਿਨ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਪ੍ਰਾਈਜ਼ ਮਿਲੇਗਾ। ਮੈਂ ਪਾਰਲਰ ਪਹੁੰਚੀ ਤਾਂ ਉੱਥੇ ਸ਼ਾਲੂ ਪਹਿਲਾਂ ਤੋਂ ਹੀ ਮੌਜੂਦ ਸੀ। ਉਹ ਪਾਰਲਰ ਤੋਂ ਵਿਹਲੀ ਹੋ ਗਈ। ਉਹ ਬਸ ਵਾਪਸ ਹੀ ਜਾਣ ਲੱਗੀ ਸੀ। ਸਾਡੀਆਂ ਦੋਨਾਂ ਦੀਆਂ ਨਜ਼ਰਾਂ ਇੱਕ ਦੂਜੇ 'ਤੇ ਪਈਆਂ ਤਾਂ ਮੈਂ ਭੱਜ ਕੇ ਉਸਨੂੰ ਗਲੇ ਲਗਾ ਲਿਆ ਸੀ। ਵਕਤ ਇੱਕ ਪਲ ਦੇ ਲਈ ਰੁਕ ਗਿਆ ਸੀ। ਅਸੀਂ ਦੋਨੋਂ ਨੇ ਬੜੀ ਦੇਰ ਤੱਕ ਰੋਂਦੀਆਂ ਰਹੀਆਂ ਤੇ ਫਿਰ ਮੈਂ ਬੋਲੀ, ਕਿੱਦਾਂ ਦੀ ਭੈਣ ਹੈ ਤੂੰ? ਇਹਨਾਂ 3 ਸਾਲਾਂ ਵਿੱਚ ਇੱਕ ਵਾਰ ਵੀ ਆ ਕੇ ਮੇਰਾ ਹਾਲ ਨਹੀਂ ਪੁੱਛਿਆ। ਤੂੰ ਇੰਨਾ ਵੀ ਨਾ ਸੋਚਿਆ ਕਿ ਹੋ ਸਕਦਾ ਹੈ ਤੇਰੀ ਭੈਣ ਕਿਤੇ ਚਲੀ ਗਈ ਹੋਵੇ, ਉਸ ਦਾ ਨੰਬਰ ਵੀ ਬੰਦ ਆਉਂਦਾ, ਕਿਤੇ ਉਹ ਕਿਸੇ ਪਰੇਸ਼ਾਨੀ ਵਿੱਚ ਤਾਂ ਨਹੀਂ, ਇਸ ਦਾ ਪਤੀ ਇਸ ਦੇ ਨਾਲ ਬੁਰਾ ਸਲੂਕ ਤਾਂ ਨਹੀਂ ਕਰਦਾ। ਸ਼ਾਲੂ ਇੱਧਰ ਉੱਧਰ ਨਜ਼ਰਾਂ ਚਰਾਉਣ ਲੱਗ ਪਈ ਸੀ। ਉਸ ਦਾ ਚਿਹਰਾ ਸੁਰਖ ਪੈ ਗਿਆ ਸੀ। ਉਹ ਬੋਲੀ, ਮਾਫ਼ ਕਰਨਾ ਨੇਹਾ, ਮੈਂ ਬਹੁਤ ਜ਼ਿਆਦਾ ਬਿਜ਼ੀ ਹੋ ਗਈ ਸੀ। ਉਦੋਂ ਹੀ ਸ਼ਾਲੂ ਦੀ ਮੇਡ ਅੱਗੇ ਵਧੀ ਤੇ ਬੋਲੀ, ਬੇਗਮ ਸਾਹਿਬਾ, ਇਹ ਬੱਚੇ। ਮੈਂ ਮੇਡ ਦੇ ਵੱਲ ਦੇਖਿਆ ਤਾਂ ਉਸਦੇ ਕੋਲ 2 ਬੱਚੇ ਸੀ। ਇੱਕ ਨੂੰ ਉਸਨੇ ਗੋਦੀ ਵਿੱਚ ਚੁੱਕਿਆ ਹੋਇਆ ਸੀ ਤੇ ਦੂਜੇ ਨੇ ਉਹ ਹੱਥ ਵਿੱਚ ਫੜਿਆ ਹੋਇਆ ਸੀ। ਉਹ ਬੱਚੇ ਮੈਨੂੰ ਬਹੁਤ ਆਪਣੇ ਜਿਹੇ ਲੱਗੇ, ਪਰ ਉਹਨਾਂ ਦੀ ਸ਼ਕਲ ਬਿਲਕੁਲ ਵੀ ਸ਼ਾਲੂ ਦੇ ਨਾਲ ਨਹੀਂ ਮਿਲ ਰਹੀ ਸੀ। ਮੈਂ ਕਿਹਾ, ਸ਼ਾਲੂ, ਇਹ ਬੱਚੇ ਕਿਸਦੇ ਗਏ ਹਨ? ਸ਼ਾਲੂ ਇਹ ਸੁਣ ਕੇ ਘਬਰਾ ਗਈ ਸੀ। ਇਸ ਗੱਲ ਦਾ ਜਵਾਬ ਇਸ ਦੀ ਮੇਡ ਨੇ ਦਿੱਤਾ। ਉਹ ਬੋਲੀ, ਇਹ ਬੱਚੇ ਹੂ-ਬਹੂ ਆਪਣੇ ਪਿਤਾ ਜੀ 'ਤੇ ਗਏ ਨੇ। ਪਿਤਾ ਸ਼ਬਦ ਸੁਣ ਕੇ ਇੱਕ ਵਾਰ ਫਿਰ ਮੇਰੇ ਜ਼ਖਮ ਹਰੇ ਹੋ ਗਏ ਸੀ। ਮੈਂ ਕਿਹਾ, ਸ਼ਾਲੂ, ਤੂੰ ਸਾਬਿਤ ਕਰ ਦਿੱਤਾ ਨਾ ਕਿ ਸੁਤੇਲੇ ਭੈਣ ਭਰਾ ਆਖਿਰ ਸੁਤੇਲੇ ਹੀ ਹੁੰਦੇ ਹਨ। ਜੇਕਰ ਤੂੰ ਮੇਰੀ ਸਗੀ ਹੁੰਦੀ, ਕੀ ਤੂੰ ਮੇਰੀ ਫਿਕਰ ਨਾ ਕਰਦੀ? ਅਸੀਂ ਦੋਨਾਂ ਨੇ ਮਿਲ ਕੇ ਬਚਪਨ ਗੁਜ਼ਾਰਿਆ ਸੀ। ਮੈਂ ਤਾਂ ਤੇਰੇ ਉੱਪਰ ਜਾਨ ਛਿੜਕਦੀ ਸੀ। ਪਿਤਾ ਜੀ ਜਦੋਂ ਵੀ ਸਾਡੇ ਵਾਸਤੇ ਖਿਡੌਣੇ ਲੈ ਕੇ ਆਉਂਦੇ ਸੀ, ਮੈਂ ਉਸ ਖਿਡੌਣੇ ਨੂੰ ਸਭ ਤੋਂ ਪਹਿਲਾਂ ਤੇਰੇ ਅੱਗੇ ਰੱਖਦੀ ਸੀ ਤੇ ਕਹਿੰਦੀ ਸੀ, ਜੋ ਪਸੰਦ ਹੈ ਉਹ ਲੈ ਲਓ। ਤੇਰੇ ਕੋਲ ਜੋ ਚੀਜ਼ ਬਚ ਜਾਂਦੀ ਸੀ ਉਹ ਮੈਂ ਖੁਸ਼ੀ-ਖੁਸ਼ੀ ਲੈ ਲੈਂਦੀ ਸੀ। ਮੈਂ ਕਦੇ ਵੀ ਤੇਰੇ ਨਾਲ ਜਿੱਦ ਨਹੀਂ ਕੀਤੀ ਸੀ, ਬਲਕਿ ਮੈਂ ਤੈਨੂੰ ਆਪਣੇ ਹੱਥਾਂ ਨਾਲ ਰੋਟੀ ਖਵਾਉਂਦੀ ਸੀ। ਪਰ ਤੂੰ ਤਾਂ ਸਭ ਕੁਝ ਭੁਲਾ ਦਿੱਤਾ। ਮੈਂ ਰੋਣ ਲੱਗ ਪਈ ਜਦਕਿ ਸ਼ਾਲੂ ਸ਼ਾਂਤ ਹੀ ਖੜੀ ਸੀ। ਮੈਨੂੰ ਦੇਖਦੀ ਰਹੀ, ਫਿਰ ਬੋਲੀ, ਮੈਨੂੰ ਦੇਰ ਹੋ ਰਹੀ ਹੈ ਤੇ ਫਿਰ ਬਾਹਰ ਨਿਕਲ ਗਈ। ਮੈਂ ਤਾਂ ਹੈਰਾਨ ਜਿਹੀ ਖੜੀ ਉੱਥੇ ਹੀ ਰਹਿ ਗਈ ਸੀ। ਫਿਰ ਮੈਂ ਪਾਰਲਰ ਤੋਂ ਕੁਝ ਕਰਵਾਏ ਬਿਨਾਂ ਹੀ ਵਾਪਸ ਆ ਗਈ। ਘਰ ਆ ਕੇ ਮੈਂ ਬੜੀ ਦੇਰ ਤੱਕ ਫੁੱਟ-ਫੁੱਟ ਕੇ ਰੋਂਦੀ ਰਹੀ। ਮੇਰੀ ਭੈਣ ਮੈਨੂੰ 11 ਦੀ ਤਰ੍ਹਾਂ ਮਿਲ ਕੇ ਚਲੀ ਗਈ ਸੀ। ਕੋਈ ਪਿਆਰ ਮੁਹੱਬਤ ਹੀ ਨਹੀਂ ਸੀ ਉਸਦੀਆਂ ਅੱਖਾਂ ਵਿੱਚ। ਫਿਰ ਉਸਦੇ 2 ਬੱਚੇ। ਰੱਬਾ, ਮੈਨੂੰ ਵੀ ਆਪਣੀ ਔਲਾਦ ਦੇ ਦਿੰਦਾ। ਘੱਟੋ ਘੱਟ ਇਸ ਦੁਨੀਆ ਵਿੱਚ ਮੇਰਾ ਕੋਈ ਆਪਣਾ ਰਿਸ਼ਤਾ ਤਾਂ ਹੁੰਦਾ। ਸ਼ਾਮ ਨੂੰ ਜਦੋਂ ਰਿੰਕੂ ਘਰ ਪਹੁੰਚੇ ਤਾਂ ਮੈਨੂੰ ਇਸ ਹਾਲਾਤ ਵਿੱਚ ਦੇਖ ਕੇ ਘਬਰਾ ਗਏ। ਉਹ ਬੋਲੇ, ਕੀ ਗੱਲ ਹੋ ਗਈ ਨੇਹਾ, ਸਭ ਠੀਕ ਹੈ? ਮੈਂ ਨਾ ਵਿੱਚ ਸਿਰ ਹਿਲਾ ਦਿੱਤਾ ਤੇ ਇੱਕ ਵਾਰ ਫਿਰ ਤੋਂ ਰੋਣ ਲੱਗ ਪਈ। ਮੈਂ ਬੋਲੀ, ਰਿੰਕੂ, ਮੈਨੂੰ ਔਲਾਦ ਚਾਹੀਦੀ ਹੈ। ਰਿੰਕੂ ਬੜੀ ਗੌਰ ਨਾਲ ਮੇਰੇ ਵੱਲ ਦੇਖਦੇ ਰਹੇ, ਫਿਰ ਬੋਲੇ, 3 ਸਾਲ ਹੋ ਗਏ ਮੈਨੂੰ ਔਲਾਦ ਦੇ ਲਈ ਤਰਸਦੇ ਨੂੰ, ਪਰ ਮੈਂ ਇਸ ਗੱਲ ਦਾ ਜ਼ਿਕਰ ਤੇਰੇ ਨਾਲ ਕਦੀ ਨਹੀਂ ਕੀਤਾ ਕਿਉਂਕਿ ਮੈਂ ਤੈਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਸੀ। ਪਰ ਅੱਜ ਜੇ ਤੂੰ ਇਹ ਗੱਲ ਕਰ ਦਿੱਤੀ ਹੈ ਤਾਂ ਸੁਣੋ, ਮੈਂ ਵੀ ਔਲਾਦ ਦੇ ਲਈ ਤਰਸ ਰਿਹਾ ਹਾਂ। ਮੇਰਾ ਵੀ ਦਿਲ ਕਰਦਾ ਹੈ ਕਿ ਸਾਡੇ ਘਰ ਇੱਕ ਬੱਚਾ ਹੋਵੇ ਜਿਸ ਦੀਆਂ ਕਲਕਾਰੀਆਂ ਗੂੰਜਣ। ਪਰ ਨੇਹਾ, ਤੂੰ ਫਿਕਰ ਨਾ ਕਰ, ਇਹ ਸਭ ਰੱਬ ਦੇ ਹੱਥ ਵਿੱਚ ਹੈ। ਉਸਦੇ ਘਰ ਦੇਰ ਹੈ, ਅੰਧੇਰ ਨਹੀਂ। ਇੰਨਾ ਕਹਿ ਕੇ ਰਿੰਕੂ ਉੱਠ ਕੇ ਵਾਸ਼ਰੂਮ ਚਲੇ ਗਏ, ਜਦਕਿ ਮੈਂ ਇਹੀ ਸੋਚਦੀ ਰਹੀ ਕਿ ਰਿੰਕੂ ਜਿੱਦਾਂ ਦੇ ਸਖਤ ਦਿਸਦੇ ਹਨ ਪਰ ਅੰਦਰੋਂ ਉਦਾਂ ਦੇ ਬਿਲਕੁਲ ਵੀ ਨਹੀਂ ਹਨ। ਮੇਰਾ ਅਹਿਸਾਸ ਕਰਦੇ ਹਨ, ਮੈਨੂੰ ਤਕਲੀਫ ਨਹੀਂ ਦਿੰਦੇ। ਇਸ ਤੋਂ ਵੱਧ ਮੈਨੂੰ ਹੋਰ ਕੀ ਚਾਹੀਦਾ ਹੈ? ਮੈਂ ਸੋਚ ਹੀ ਲਿਆ ਸੀ ਕਿ ਕੱਲ ਮੈਂ ਲੇਡੀ ਡਾਕਟਰ ਦੇ ਕੋਲ ਜਾ ਕੇ ਆਪਣਾ ਚੈੱਕਅਪ ਜ਼ਰੂਰ ਕਰਵਾਵਾਂਗੀ। ਸਵੇਰੇ ਜਿੱਦਾਂ ਹੀ ਰਿੰਕੂ ਘਰੋਂ ਨਿਕਲੇ ਮੈਂ ਵੀ ਤਿਆਰ ਹੋਣ ਲੱਗ ਪਈ ਸੀ। ਫਿਰ 10 ਵਜੇ ਮੈਂ ਹਸਪੀਟਲ ਪਹੁੰਚ ਚੁੱਕੀ ਸੀ। ਮੈਂ ਖੁਸ਼ਕਿਸਮਤੀ ਨਾਲ ਮੈਨੂੰ ਨੰਬਰ ਵੀ ਮਿਲ ਗਿਆ। ਮੈਂ ਲੇਡੀ ਡਾਕਟਰ ਨੂੰ ਆਪਣਾ ਚੈੱਕਅਪ ਕਰਵਾਇਆ ਤਾਂ ਉਹ ਬੋਲੀ, ਤੁਸੀਂ ਬਿਲਕੁਲ ਤੰਦਰੁਸਤ ਹੋ, ਤੁਹਾਡੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਕਮੀ ਨਹੀਂ। ਅਗਲੀ ਵਾਰ ਆਪਣੇ ਪਤੀ ਨੂੰ ਵੀ ਨਾਲ ਲੈ ਕੇ ਆਉਣਾ ਤਾਂ ਕਿ ਪਤਾ ਲੱਗ ਸਕੇ ਕਿ ਹਜੇ ਤੱਕ ਤੁਹਾਡੀ ਔਲਾਦ ਕਿਉਂ ਨਹੀਂ ਹੋਈ। ਮੈਂ ਬਹੁਤ ਖੁਸ਼ ਸੀ। ਮੇਰੇ ਸਿਰ ਤੋਂ ਇੱਕ ਬੋਝ ਤਾਂ ਹਲਕਾ ਹੋ ਗਿਆ ਸੀ। ਸ਼ੁਕਰ ਹੈ ਮੇਰੇ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਸੀ। ਮੈਂ ਜਿੱਦਾਂ ਹੀ ਬਾਹਰ ਨਿਕਲੀ ਤਾਂ ਦਿਲ ਦੇ ਮਰੀਜ਼ਾਂ ਵਾਲੇ ਵਾਰਡ ਵਿੱਚ ਸਾਹਿਲ ਨੂੰ ਜਾਂਦੇ ਦੇਖਿਆ।
ਉਸਨੇ ਡਾਕਟਰ ਵਾਲੀ ਵਰਦੀ ਪਾਈ ਹੋਈ ਸੀ ਕਿ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਚੁੱਕਿਆ ਸੀ। ਜਦੋਂ ਉਹ ਸਾਡੇ ਘਰ ਕਿਰਾਏ ਤੇ ਹੈਸੀਅਤ ਦੇ ਨਾਲ ਰਹਿੰਦਾ ਸੀ ਤੇ ਉਦੋਂ ਉਹ ਡਾਕਟਰ ਦੀ ਪੜ੍ਹਾਈ ਹੀ ਕਰ ਰਿਹਾ ਸੀ। ਮੈਂ ਭੱਜ ਕੇ ਸਾਹਿਲ ਦੇ ਵੱਲ ਚਲੀ ਗਈ। ਉਹ ਮੈਨੂੰ ਪਹਿਲੀ ਨਜ਼ਰ ਵਿੱਚ ਹੀ ਪਛਾਣ ਗਿਆ। ਉਹ ਬੋਲਿਆ, ਨੇਹਾ ਤੂੰ ਸੋਚ ਵੀ ਨਹੀਂ ਸਕਦੀ ਕਿ ਮੈਂ ਤੈਨੂੰ ਇੱਦਾਂ ਦੇਖ ਕੇ ਕਿੰਨਾ ਖੁਸ਼ ਹਾਂ। ਫਿਰ ਮੈਂ ਉਸਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ। ਉਹ ਬੋਲਿਆ, ਪਰ ਇੱਕ ਗੱਲ ਕਹਾਂ, ਤੂੰ ਹਜੇ ਤੱਕ ਆਪਣੇ ਪਤੀ ਨੂੰ ਔਲਾਦ ਦੇ ਬਾਰੇ ਕਿਉਂ ਨਹੀਂ ਕਿਹਾ? ਜੇ ਤੈਨੂੰ ਲੱਗਦਾ ਹੈ ਕਿ ਤੂੰ ਇਸ ਦੁਨੀਆ ਵਿੱਚ ਇਕੱਲੀ ਹੈ ਤਾਂ ਨਹੀਂ, ਤੂੰ ਇਕੱਲੀ ਨਹੀਂ ਹੈ। ਮੈਂ ਤੇਰਾ ਭਰਾ ਹਾਂ। ਤੂੰ ਉਸ ਇਨਸਾਨ ਤੋਂ ਜਾਨ ਛੁਡਾ ਕੇ ਮੇਰੇ ਘਰ ਆ ਸਕਦੀ ਹੈ। ਤੂੰ ਇਸ ਤਰ੍ਹਾਂ ਦੇ ਇਨਸਾਨ ਨਾਲ ਜ਼ਿੰਦਗੀ ਕਿੱਦਾਂ ਗੁਜ਼ਾਰ ਰਹੀ ਹੈ? ਉਸ ਦੇ 2 ਬੱਚੇ ਹੋ ਗਏ। ਉਸਨੇ ਤੇਰੇ ਘਰ ਵਿੱਚ ਵੀ ਨਿਸ਼ਾਨਾ ਲਗਾਇਆ, ਪਰ ਤੂੰ ਹਜੇ ਵੀ ਇਸ ਦੇ ਨਾਲ ਹੀ ਰਹਿ ਰਹੀ ਹੈ। ਸਾਹਿਲ ਦੀਆਂ ਗੱਲਾਂ ਸੁਣ ਕੇ ਮੈਨੂੰ ਚੱਕਰ ਆਉਣ ਲੱਗ ਪਏ। ਜ਼ਮੀਨ ਘੁੰਮਣ ਲੱਗ ਪਈ ਸੀ। ਇੰਨੀ ਦੇਰ ਨੂੰ ਸਾਹਿਲ ਨੂੰ ਇੱਕ ਨਰਸ ਬੁਲਾਉਣ ਆ ਗਈ। ਉਹ ਬੋਲੀ, ਡਾਕਟਰ ਸਾਹਿਬ, ਮਰੀਜ਼ ਦੀ ਹਾਲਤ ਵਿਗੜ ਰਹੀ ਹੈ, ਤੁਸੀਂ ਜਲਦੀ ਆ ਜਾਓ। ਸਾਹਿਲ ਮੈਨੂੰ ਇੱਕ ਕਹਿ ਕੇ ਚਲਾ ਗਿਆ ਕਿ ਫਿਰ ਮਿਲਾਂਗਾ। ਮੈਂ ਬੜੀ ਮੁਸ਼ਕਿਲ ਨਾਲ ਘਰ ਪਹੁੰਚੀ ਸੀ। ਮੈਨੂੰ ਸਾਹਿਲ ਦੀਆਂ ਗੱਲਾਂ ਸਮਝ ਹੀ ਨਹੀਂ ਆ ਰਹੀਆਂ ਸੀ। ਫਿਰ ਮੇਰੇ ਸਾਹਮਣੇ ਸ਼ਾਲੂ ਦੀ ਡਰੀ ਸਹਿਮੀ ਸ਼ਕਲ ਘੁੰਮਣ ਲੱਗ ਪਈ ਸੀ। ਉਹ ਦੋਨੋਂ ਬੱਚੇ ਜੋ ਬੜੇ ਜਾਣੇ ਪਹਿਚਾਣੇ ਲੱਗ ਰਹੇ ਸੀ। ਜੇਕਰ ਉਹਨਾਂ ਦੀ ਸ਼ਕਲ ਸ਼ਾਲੂ ਨਾਲ ਨਹੀਂ ਮਿਲਦੀ ਸੀ, ਉਹ ਤਾਂ ਹੂਬਹੂ ਰਿੰਕੂ ਦੇ ਹਮਸ਼ਕਲ ਸੀ। ਹੇ ਰੱਬਾ, ਇਹ ਕੀ ਹੋ ਗਿਆ ਸੀ? ਮੈਂ ਖੁਦ ਨੂੰ ਬੜੀ ਮੁਸ਼ਕਿਲ ਨਾਲ ਸੰਭਾਲਿਆ ਸੀ। ਮੈਂ ਆਪਣੇ ਘਰ ਦੇ ਬਾਹਰ ਜਾ ਕੇ ਖੜੀ ਹੋ ਗਈ ਸੀ। ਮੈਂ ਟੈਕਸੀ ਰੋਕ ਕੇ ਉਸਨੂੰ ਆਪਣੇ ਪਿਤਾ ਜੀ ਦੇ ਘਰ ਦਾ ਪਤਾ ਦੱਸਿਆ ਸੀ। ਮੈਂ ਪੁਰਾਣੀਆਂ ਗਲੀਆਂ ਵਿੱਚੋਂ ਗੁਜ਼ਰਦੀ ਜਾ ਰਹੀ ਸੀ। ਮੇਰਾ ਬਚਪਨ ਵੀ ਮੇਰੇ ਨਾਲ ਹੀ ਦੌੜਦਾ ਜਾ ਰਿਹਾ ਸੀ। ਮੈਂ 3 ਸਾਲ ਦੀ ਸੀ ਜਦੋਂ ਮੇਰੀ ਮਾਂ ਦੀ ਮੌਤ ਹੋ ਗਈ ਸੀ। ਪਿਤਾ ਜੀ ਨੂੰ ਲੋਕਾਂ ਨੇ ਸਮਝਾਇਆ ਕਿ ਬੇਟੀ ਦੇ ਲਈ ਮਾਂ ਜ਼ਰੂਰੀ ਹੈ। ਇਸ ਕਰਕੇ ਪਿਤਾ ਜੀ ਨੇ ਦੂਸਰਾ ਵਿਆਹ ਕਰ ਲਿਆ ਸੀ। ਮੇਰੀ ਸੌਤੇਲੀ ਮਾਂ ਘਰ ਆ ਗਈ ਸੀ। ਉਹ ਬਹੁਤ ਚੰਗੀ ਔਰਤ ਸੀ, ਮੇਰਾ ਖਿਆਲ ਰੱਖਦੀ ਸੀ। ਫਿਰ ਉਹਨਾਂ ਦੇ ਘਰ ਇੱਕ ਨੰਨੀ ਜੀ ਪਰੀ ਨੇ ਅੱਖਾਂ ਖੋਲ੍ਹੀਆਂ। ਫਿਰ ਮਾਂ ਬੋਲੀ, ਨੇਹਾ, ਇਹ ਤੇਰੀ ਭੈਣ ਹੀ ਹੈ, ਦੋਸਤ ਵੀ। ਤੁਸੀਂ ਦੋਨੋਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਨਾ ਤੇ ਖਿਆਲ ਰੱਖਣਾ। ਅਸੀਂ ਦੋਨੋਂ ਇਕੱਠੀਆਂ ਵੱਡੀਆਂ ਹੋ ਰਹੀਆਂ ਸੀ, ਕਦੀ ਸੁਤੇਲੇ ਸਗੇ ਵਿੱਚ ਨਹੀਂ ਪਈਆਂ ਸੀ। ਪਿਤਾ ਜੀ ਬਹੁਤ ਖੁਸ਼ ਸੀ ਕਿ ਮੇਰੀ ਬੇਟੀ ਨੂੰ ਮਾਂ ਅਤੇ ਭੈਣ ਦੋਨਾਂ ਦਾ ਪਿਆਰ ਮਿਲ ਗਿਆ ਸੀ। ਫਿਰ ਇੱਕ ਦਿਨ ਇੱਦਾਂ ਹੀ ਪਿਤਾ ਜੀ ਦੀ ਮੌਤ ਹੋ ਗਈ। ਇਹਨਾਂ ਸੋਚਾਂ ਵਿੱਚ ਮੇਰੇ ਘਰ ਦਾ ਦਰਵਾਜ਼ਾ ਆ ਚੁੱਕਿਆ ਸੀ। ਮੈਂ ਟੈਕਸੀ ਵਾਲੇ ਨੂੰ ਪੈਸੇ ਦੇ ਕੇ ਉਤਰ ਚੁੱਕੀ ਸੀ। ਹਿੰਮਤ ਨਹੀਂ ਸੀ ਹੋ ਰਹੀ ਕਿ ਮੈਂ ਕਿੱਦਾਂ ਘਰ ਜਾਵਾਂ, ਕਿੱਦਾਂ ਸ਼ਾਲੂ ਦਾ ਸਾਹਮਣਾ ਕਰਾਂ, ਜਿਸ ਨੇ ਮੇਰੇ ਕੋਲੋਂ ਮੇਰਾ ਸੁਹਾਗ ਹੀ ਖੋਹ ਲਿਆ ਸੀ। ਮੈਂ ਇੱਕਦਮ ਨਾਲ ਧੱਕਾ ਦੇ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਹੀ 2 ਬੱਚੇ ਖੇਡ ਰਹੇ ਸੀ। ਉਹਨਾਂ ਵਿੱਚੋਂ ਇੱਕ ਬੱਚਾ ਭੱਜਦਾ ਭੱਜਦਾ ਡਿੱਗ ਗਿਆ ਤੇ ਮੈਨੂੰ ਰਿੰਕੂ ਦੀ ਆਵਾਜ਼ ਸੁਣਾਈ ਦਿੱਤੀ ਸੀ। ਉਹ ਬੋਲਿਆ, ਬੇਟਾ ਧਿਆਨ ਨਾਲ ਖੇਡੋ। ਮੇਰਾ ਸ਼ੱਕ ਸਹੀ ਸਾਬਿਤ ਹੋਇਆ ਸੀ। ਮੈਂ ਕਿੰਨੀ ਵਾਰ ਰੱਬ ਅੱਗੇ ਅਰਦਾਸਾਂ ਕੀਤੀਆਂ ਸੀ ਕਿ ਸਾਹਿਲ ਦੀਆਂ ਗੱਲਾਂ ਝੂਠੀਆਂ ਹੋਣ। ਮੈਂ ਅੱਗੇ ਵਧੀ ਤਾਂ ਮੇਰੀ ਨਜ਼ਰ ਮਾਂ ਅਤੇ ਰਿੰਕੂ ਤੇ ਪਈ। ਉਹ ਦੋਨੋਂ ਖਾਣਾ ਖਾ ਰਹੇ ਸੀ, ਇੱਕ ਦੂਸਰੇ ਦੇ ਮੂੰਹ ਵਿੱਚ ਬੁਰਕੀਆਂ ਤੋੜ ਤੋੜ ਕੇ ਪਾ ਰਹੇ ਸੀ। ਇਹ ਮੰਜ਼ਰ ਦੇਖ ਕੇ ਤਾਂ ਮੇਰੇ ਕਦਮਾਂ ਹੇਠੋਂ ਜ਼ਮੀਨ ਹੀ ਨਿਕਲ ਗਈ ਸੀ। ਮੈਂ ਬੋਲੀ, ਰਿੰਕੂ, ਇਹ ਕੀ ਬੇਹੂਦਗੀ ਹੈ? ਰਿੰਕੂ ਮੇਰੇ ਵੱਲ ਦੇਖ ਕੇ ਸਹਿਮ ਚੁੱਕਿਆ ਸੀ, ਜਦ ਕਿ ਮਾਂ ਮੇਰੇ ਅੱਗੇ ਡਟ ਕੇ ਬੋਲੀ, ਇਹ ਕੋਈ ਬੇਹੂਦਗੀ ਨਹੀਂ, ਇਹ ਮੇਰਾ ਪਤੀ ਹੈ। ਉਦੋਂ ਮੇਰੀਆਂ ਅੱਖਾਂ ਵਿੱਚੋਂ ਅਥਰੂ ਵਹਿਣ ਲੱਗ ਪਏ ਸੀ। ਮੈਨੂੰ ਪਿਤਾ ਜੀ ਦੀ ਮੌਤ ਯਾਦ ਆਉਣ ਲੱਗ ਪਈ ਸੀ। ਪਿਤਾ ਜੀ ਦੇ ਜਾਣ ਮਗਰੋਂ ਮਾਂ ਇਕੱਲੀ ਰਹਿ ਗਈ ਸੀ ਤੇ ਮਾਂ ਨੇ ਆਪਣੀ ਸਗੀ ਭੈਣ ਨੂੰ ਆਪਣੇ ਕੋਲ ਰਹਿਣ ਲਈ ਬੁਲਾ ਲਿਆ ਸੀ। ਉਹ ਮਾਂ ਤੋਂ 10 ਸਾਲ ਛੋਟੀ ਸੀ, ਪਰ ਹੂਬਹੂ ਮਾਂ ਵਰਗੀ ਸੀ। ਇਸ ਕਰਕੇ ਮੈਂ ਤੇ ਸ਼ਾਲੂ ਨੇ ਉਹਨਾਂ ਨੂੰ ਵੀ ਮਾਂ ਕਹਿਣਾ ਸ਼ੁਰੂ ਕਰ ਦਿੱਤਾ ਸੀ। ਫਿਰ ਕਿਸਮਤ ਨੇ ਇੱਕ ਅਲੱਗ ਹੀ ਖੇਡ ਖੇਡੀ। ਮੇਰੀ ਅਤੇ ਸ਼ਾਲੂ ਦੀ ਮਾਂ ਇੱਕ ਐਕਸੀਡੈਂਟ ਵਿੱਚ ਚੱਲ ਵਸੀ। ਹੁਣ ਅਸੀਂ ਆਪਣੀ ਮਾਸੀ ਦੇ ਰਹਿਮੋ ਕਰਮ ਤੇ ਰਹਿ ਗਈਆਂ ਸੀ। ਉਹ ਬਹੁਤ ਜ਼ਾਲਿਮ ਸੀ, ਸਾਨੂੰ ਦੋਨਾਂ ਭੈਣਾਂ ਨੂੰ ਬਹੁਤ ਮਾਰਦੀ ਸੀ। ਅਕਸਰ ਕਹਿੰਦੀ ਹੁੰਦੀ ਸੀ ਕਿ ਰੱਬ ਮੇਰੀ ਭੈਣ ਨੂੰ ਨਰਕ ਵਿੱਚ ਭੇਜੇ, ਜੋ ਮੇਰੇ ਵਿਆਹ ਕੀਤੇ ਬਿਨਾਂ ਹੀ ਇਸ ਦੁਨੀਆ ਤੋਂ ਚੱਲ ਵਸੀ। ਆਪਣੀਆਂ 2 ਬੇਟੀਆਂ ਦਾ ਬੋਝ ਵੀ ਮੇਰੇ ਉੱਪਰ ਪਾ ਗਈ। ਮੈਂ ਇੱਕ ਦਮ ਹੋਸ਼ ਵਿੱਚ ਆਈ। ਮੈਂ ਜਾ ਕੇ ਰਿੰਕੂ ਨੂੰ ਗਰੇਵਾਨ ਤੋਂ ਫੜ ਲਿਆ ਸੀ। ਮੈਂ ਬੋਲੀ, ਇਹ ਸਭ ਕੀ ਹੈ? ਉਹ ਬੋਲਿਆ, ਨੇਹਾ, ਮੈਂ ਜਾਣਦਾ ਹਾਂ ਕਿ ਇਹ ਸਭ ਗਲਤ ਹੈ। ਮੈਂ ਤੇਰੀ ਜ਼ਿੰਦਗੀ ਤਬਾਹ ਕਰ ਦਿੱਤੀ। ਮੈਂ ਤੈਨੂੰ ਤੇਰੇ ਹਿੱਸੇ ਦੀਆਂ ਖੁਸ਼ੀਆਂ ਨਹੀਂ ਦਿੱਤੀਆਂ ਤੇ ਔਲਾਦ ਵੀ ਜਾਣ-ਬੁੱਝ ਕੇ ਪੈਦਾ ਨਹੀਂ ਕੀਤੀ, ਕਿਉਂਕਿ ਮੈਨੂੰ ਵਿਆਹ ਵਾਲੇ ਦਿਨ ਤੇਰੀ ਮਾਸੀ ਪਸੰਦ ਆ ਗਈ ਸੀ। ਮੈਂ ਚੋਰੀ ਇਹਨਾਂ ਨਾਲ ਵਿਆਹ ਕਰਵਾ ਲਿਆ ਸੀ।
ਤੇਰੀ ਭੈਣ ਸ਼ਾਲੂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਬਹੁਤ ਹੰਗਾਮਾ ਕੀਤਾ। ਉਸ ਤੋਂ ਬਚਣ ਦੇ ਲਈ ਮੈਂ ਉਸਦਾ ਵਿਆਹ ਸਾਹਿਲ ਨਾਲ ਕਰ ਦਿੱਤਾ ਸੀ, ਕਿਉਂਕਿ ਉਹ ਦੋਨੋਂ ਇੱਕ ਦੂਸਰੇ ਨੂੰ ਪਸੰਦ ਕਰਦੇ ਸੀ। ਮੈਂ ਸ਼ਾਲੂ ਨੂੰ ਕਿਹਾ ਕਿ ਜੇ ਤੂੰ ਕਦੀ ਨੇਹਾ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਸਾਹਿਲ ਨੂੰ ਮਰਵਾ ਦੇਵਾਂਗਾ। ਉਹ ਡਰ ਗਈ ਸੀ, ਇਸ ਕਰਕੇ ਉਸਨੇ ਤੇਰੇ ਨਾਲ ਕੋਈ ਗੱਲ ਨਹੀਂ ਕੀਤੀ। ਮੈਨੂੰ ਮਾफ़ ਕਰ ਦਿਓ। ਮੈਂ ਰਿੰਕੂ ਦੇ ਮੂੰਹ ਤੇ ਥੱਪੜ ਮਾਰ ਦਿੱਤੇ ਕਿ ਮੈਨੂੰ ਤਲਾਕ ਦੇ ਦਿਓ। ਮੇਰੀ ਮਾਸੀ ਬੋਲੀ, ਹਾਂ ਰਿੰਕੂ, ਇਸ ਨੂੰ ਛੱਡ ਦਿਓ। ਰਿੰਕੂ ਨੇ ਮੈਨੂੰ ਤਲਾਕ ਦੇ ਦਿੱਤਾ ਤੇ ਮੈਂ ਸਾਹਿਲ ਦੇ ਹਸਪੀਟਲ ਪਹੁੰਚ ਗਈ। ਉਹ ਮੈਨੂੰ ਆਪਣੇ ਘਰ ਲੈ ਗਿਆ ਸੀ। ਮੈਂ ਤੇ ਸ਼ਾਲੂ ਇੱਕ ਦੂਜੇ ਨੂੰ ਲਿਪਟ ਕੇ ਰੋਂਦੀਆਂ ਰਹੀਆਂ। ਸ਼ਾਲੂ ਨੇ ਹੱਥ ਜੋੜ ਕੇ ਮੇਰੇ ਕੋਲੋਂ ਮਾफ़ੀ ਮੰਗੀ ਕਿ ਉਹ ਮੇਰਾ ਘਰ ਨਾ ਬਚਾ ਸਕੀ। ਸ਼ਾਲੂ ਦੀ ਇੱਕ ਬਹੁਤ ਪਿਆਰੀ ਬੇਟੀ ਵੀ ਸੀ। ਮੈਂ 2 ਸਾਲ ਤੱਕ ਸਾਹਿਲ ਦੇ ਘਰ ਰਹੀ। ਫਿਰ ਉਸਨੇ ਮੇਰਾ ਵਿਆਹ ਆਪਣੇ ਦੋਸਤ ਨਾਲ ਕਰਵਾ ਦਿੱਤਾ। ਉਹ ਬਹੁਤ ਹੀ ਚੰਗਾ ਪਤੀ ਸਾਬਿਤ ਹੋਇਆ ਸੀ। ਉਸਨੇ ਮੈਨੂੰ ਦੁਨੀਆ ਜਹਾਨ ਦੀਆਂ ਸਾਰੀਆਂ ਖੁਸ਼ੀਆਂ ਦਿੱਤੀਆਂ ਸੀ, ਜਦ ਕਿ ਆਪਣੀ ਮਾਸੀ ਅਤੇ ਰਿੰਕੂ ਦਾ ਮਾਮਲਾ ਮੈਂ ਆਪਣੇ ਰੱਬ ਤੇ ਹੀ ਛੱਡ ਦਿੱਤਾ ਸੀ। ਸੋ ਦੋਸਤੋ, ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ? ਅਗਰ ਚੰਗੀ ਲੱਗੀ ਹੋਏ ਕਮੈਂਟ ਬਾਕਸ ਵਿੱਚ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰਨਾ। ਇਹੋ ਜਿਹੀਆਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਕਰ ਲਓ